ਜੀ ਵੀ ਆਪਾਂ ਇੱਥੋਂ ਸਟਾਰਟ ਕਰਦੇ ਆਂ ਵੀ ਬਾਬਾ ਫਰੀਦਕੋਟ ਸ਼ਹਿਰ ਕਿਵੇਂ ਵਸਿਆ। ਇਹ ਜੀ 12ਵੀਂ ਸਦੀ ਦੀ ਗੱਲ ਹੈ ਕਿ ਉਸ ਸਮੇਂ ਪੱਟੀ ਰਾਜਪੂਤ ਹੁੰਦੇ ਸੀ, ਕਿਉਂਕਿ ਰਾਜੇ ਕਦੇ ਇੱਕ ਨਹੀਂ ਰਹੇ। तो 12ਵੀਂ ਸਦੀ ਦੇ ਵਿੱਚ ਸਥਾਨ ਇਹੀ ਸੀ, ਲੇਕਿਨ ਕਿਲਾ ਵੱਖਰਾ ਸੀ, ਕਿਉਂਕਿ ਹਰੇਕ ਰਾਜੇ ਨੇ ਆਪਦੇ ਹਿਸਾਬ ਨਾਲ ਇਸ ਕਿਲੇ ਦੀ ਜਿਹੜੀ ਉਸਾਰੀ ਕਰਾਈ। ਤੇ ਬਾਬਾ ਫਰੀਦ ਜੀ ਨੂੰ ਬਗਾਰ ਦੇ ਵਿੱਚ ਰਾਜੇ ਦੇ ਸਿਪਾਹੀਆਂ ਨੇ ਮੁਫਤ ਲੇਬਰ ਦੇ ਵਿੱਚ ਜਿਵੇਂ ਮੁਫਤ ਕੰਮ ਕਰਨ ਲਾ ਦਿੱਤਾ, ਤਾਂ ਉਹਨਾਂ ਦੇ ਸਿਰ ਤੇ ਸਵਾ ਹੱਥ ਟੋਕਰੀ ਉੱਚੀ ਚਲੀ ਗਈ ਗਾਰੇ ਵਾਲੀ। ਤੇ ਲਗਭਗ 200 ਸਾਲ ਪੁਰਾਣਾ ਇਹ ਮੰਦਿਰ ਹੈ ਸਾਡੇ ਫਰੀਦਕੋਟ ਦਾ। ਤੇ ਸਾਡੇ ਬਜ਼ੁਰਗ ਹੁੰਦੇ ਸੀ ਪੰਡਿਤ ਪੂਰਨ ਚੰਦ ਜੀ, ਜੋ ਪੁਰੋਹਿਤ ਸਨ ਰਾਜਾ ਫਰੀਦਕੋਟ ਦੇ, ਤੇ ਉਹਨਾਂ ਦੀ ਪਰਿਵਾਰ ਦੀ ਤੀਜੀ ਪੀੜ੍ਹੀ ਹੈ ਜੋ ਹੁਣ ਸੇਵਾ ਕਰ ਰਹੀ ਹੈ, ਸਾਡੇ ਨਾਲ ਖੜੇ ਨੇ ਜੀ। ਬਹੁਤ ਵਧੀਆ ਇੱਥੇ ਇੱਕ ਮੈਸੇਜ ਜਾ ਰਿਹਾ ਹੈ ਲੋਕਾਂ ਨੂੰ ਕਿ ਫਰੀਦਕੋਟ ਜ਼ਿਲ੍ਹੇ ਦੇ ਅੰਦਰ ਮਸਜਿਦ, ਗੁਰਦੁਆਰਾ, ਮੰਦਿਰ ਇਕੱਠੇ ਹੈ। ਇਹਦੀ ਮਿਸਾਲ ਦੂਰ ਦੂਰ ਤੱਕ ਵੀ ਕਿਤੇ ਨਹੀਂ ਮਿਲਦੀ। ਔਰ ਬਹੁਤ ਹੀ ਵਧੀਆ ਅਸੀਂ ਇੱਥੇ ਇੱਕ ਭਾਈਚਾਰਾ ਬਣਾਇਆ ਹੋਇਆ ਹੈ। ਹਾਂਜੀ, ਲੋਕਾਂ ਨਾਲ ਭਾਈਚਾਰਾ ਰੱਖਿਆ ਹੋਇਆ, ਬਹੁਤ ਵਧੀਆ ਮੈਸੇਜ ਹੈ। ਔਰ ਜੋ ਵੀ ਸਾਡੇ ਪ੍ਰੋਗਰਾਮ ਹੁੰਦੇ ਆ, ਅਸੀਂ ਦੂਜੇ ਧਰਮ ਦੇ ਲੋਕਾਂ ਨੂੰ ਵੀ ਬੁਲਾਉਂਦੇ ਹਾਂ, ਉਹਦਾ ਭਾਈਚਾਰਾ ਇੱਕ ਮਿਸਾਲ ਪੇਸ਼ ਕਰਦੇ ਹਾਂ। ਕਾਲੇ ਮੈਡੇ ਕੱਪੜੇ ਤੇ ਕਾਲਾ ਮੈਡਾ ਵੇਸ, ਗੁਨਾਹੀ ਭਰਿਆ ਮੈਂ ਫਿਰਾਂ ਤੇ ਲੋਕ ਕਹਿਣ ਦਰਵੇਸ਼। ਅੱਜ ਅਸੀਂ ਉਸ ਦਰਵੇਸ਼ ਬਾਬਾ ਸ਼ੇਖ ਫਰੀਦ ਜੀ ਦੇ ਪਵਿੱਤਰ ਸਥਾਨ ਦੇ ਉੱਪਰ ਨਤਮਸਤਕ ਹੋਣ ਲਈ ਤੇ ਫਰੀਦਕੋਟੀਆਂ ਨੂੰ ਸਮੇਤ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ ਪਹੁੰਚੇ ਹੋਏ ਹਾਂ। ਜਿਸ ਸਥਾਨ ਤੇ ਤੁਸੀਂ ਖੜੇ ਹੋ, ਇਹ ਹੈ ਜੀ ਟਿੱਲਾ ਬਾਬਾ ਸ਼ੇਖ ਫਰੀਦ। ਬਾਬਾ ਫਰੀਦ ਜੀ ਦਾ ਚਰਨ ਛੋਹ ਸਥਾਨ, ਜਿੱਥੇ 40 ਦਿਨ ਬਾਬਾ ਫਰੀਦ ਜੀ ਨੇ ਤਪੱਸਿਆ ਕੀਤੀ, 12ਵੀਂ ਸਦੀ ਦੇ ਵਿੱਚ ਜਪ ਤਪ ਕੀਤਾ। ਤਾਂ ਬਾਬਾ ਫਰੀਦ ਜੀ ਸਨ ਪੀਰ ਫਕੀਰ, ਤੇ ਫਕੀਰਾਂ ਨੂੰ ਕੋਈ ਛੱਤ ਨਹੀਂ ਚਾਹੀਦੀ ਰੱਬ ਦੀ ਇਬਾਦਤ ਕਰਨ ਲਈ। ਫਰੀਦਕੋਟ ਅਪਡੇਟ ਐਫ ਨਿਊਜ਼ ਪੰਜਾਬ ਚੈਨਲ ਤੇ ਇੱਕ ਵਾਰ ਫਿਰ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਅੱਜ ਅਸੀਂ ਉਸ ਸਥਾਨ ਦੇ ਉੱਤੇ ਖੜੇ ਹਾਂ ਜਿੱਥੇ ਬਾਬਾ ਸ਼ੇਖ ਫਰੀਦ ਜੀ ਫਰੀਦਕੋਟ ਸ਼ਹਿਰ ਅੰਦਰ ਆਏ ਸੀ। ਤੇ ਇਹ ਉਹੀ ਕਿਲਾ ਹੈ ਰਾਜੇ ਦਾ ਜਿੱਥੇ ਬਾਬਾ ਸ਼ੇਖ ਫਰੀਦ ਜੀ ਤੋਂ ਕੰਮ ਕਰਵਾਇਆ ਗਿਆ ਸੀਗਾ, ਗਾਰੇ ਵਾਲੀ ਟੋਕਰੀ ਚਕਾਈ ਗਈ ਸੀਗੀ। ਬਾਬਾ ਸ਼ੇਖ ਫਰੀਦ ਜੀ ਜਦੋਂ ਸ਼ਹਿਰ ਦੇ ਵਿੱਚ ਆਏ ਸੀ ਤਾਂ ਉਸ ਤੋਂ ਬਾਅਦ ਉਹ ਪਹਿਲਾਂ ਇੱਥੇ ਵਣ ਦਾ ਦਰਖਤ ਹੈ ਜਿਹੜਾ ਉਹਨਾਂ ਦੇ ਦਰਖਤ 'ਤੇ ਉਹਨਾਂ ਨੇ ਹੱਥ ਲਾਏ ਸੀਗੇ, ਉਸ ਨਾਲ ਵੀ ਆਪਾਂ ਸਾਰੀ ਗੱਲਬਾਤ ਕਰਾਂਗੇ। ਬਾਬਾ ਫਰੀਦ ਵਿਦਿਅਕ ਅਤੇ ਧਾਰਮਿਕ ਸੰਸਥਾਵਾਂ ਸੇਵਾਦਾਰ ਹੈ ਮਹੀਪਿੰਦਰ ਸਿੰਘ, ਉਹਨਾਂ ਨਾਲ ਗੱਲਬਾਤ ਕਰਾਂਗੇ। ਪਹਿਲਾਂ ਤੁਹਾਨੂੰ ਇਹ ਦੱਸ ਦਿੰਦੇ ਹਾਂ, 19 ਤੋਂ 21 ਤਰੀਕ ਤੱਕ ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪੂਰਬ ਸ਼ਹਿਰ ਦੇ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ, ਤੇ ਉਸ ਨੂੰ ਹੀ ਲੈ ਕੇ ਐਤਕੀ ਕਿਹੋ ਜਿਹੀਆਂ ਤਿਆਰੀਆਂ, ਕਿਵੇਂ ਦੀਆਂ ਤਿਆਰੀਆਂ ਚੱਲ ਰਹੀਆਂ, ਸਾਰੀ ਗੱਲਬਾਤ ਕਰਾਂਗੇ ਆਪਾਂ। ਬਾਬਾ ਫਰੀਦ ਵਿਦਿਅਕ ਅਤੇ ਧਾਰਮਿਕ ਸੰਸਥਾਵਾਂ ਦੇ ਜੋ ਸੇਵਾਦਾਰ ਹੈ ਮਹੀਪਿੰਦਰ ਸਿੰਘ, ਮਹੀਪਿੰਦਰ ਜੀ ਸਵਾਗਤ ਕਰਦੇ ਹਾਂ ਸਾਡੇ ਚੈਨਲ ਤੇ। ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਮੈਂ ਐਫ ਨਿਊਜ਼ ਚੈਨਲ ਤੇ ਇਹਨਾਂ ਦੀ ਸਾਰੀ ਟੀਮ ਦਾ ਅੱਜ ਬਾਬਾ ਫਰੀਦ ਜੀ ਦੇ ਚਰਨ ਛੋਹ ਸਥਾਨ ਟਿੱਲਾ ਬਾਬਾ ਸ਼ੇਖ ਫਰੀਦ ਜੀ ਦੇ ਸੰਬੰਧਿਤ ਇਤਿਹਾਸ ਬਣਾਉਣ ਦਾ ਮੈਂ ਧੰਨਵਾਦ ਕਰਦਾ ਤੁਹਾਡਾ ਸਤੀਸ਼ ਜੀ, ਕਿ ਤੁਸੀਂ ਅੱਜ ਆ ਕੇ ਰਜਵਾੜਾ ਸ਼ਾਹੀ ਇਤਿਹਾਸ ਨੂੰ ਖੰਗਾਲਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਇਹਦਾ ਬਾਬਾ ਫਰੀਦ ਜੀ ਨਾਲ ਕੀ ਸੰਬੰਧ ਹੈ। ਬਹੁਤ ਬਹੁਤ ਸ਼ੁਕਰੀਆ ਮੀਪ ਜੀ। ਮੀਪ ਜੀ ਆਪਾਂ ਇੱਥੋਂ ਹੀ ਸਟਾਰਟ ਕਰਦੇ ਹਾਂ ਵੀ ਬਾਬਾ ਫਰੀਦਕੋਟ ਸ਼ਹਿਰ ਕਿਵੇਂ ਵਸਿਆ। ਇਹ ਜੀ 12ਵੀਂ ਸਦੀ ਦੀ ਗੱਲ ਹੈ ਕਿ ਉਸ ਸਮੇਂ ਪੱਟੀ ਰਾਜਪੂਤ ਹੁੰਦੇ ਸੀ, ਕਿਉਂਕਿ ਰਾਜੇ ਕਦੇ ਇੱਕ ਨਹੀਂ ਰਹੇ। ਜਿਵੇਂ ਕਿਸੇ ਦਾ ਕਬਜ਼ਾ ਹੁੰਦਾ ਸੀ, ਉਸ ਹਿਸਾਬ ਨਾਲ ਉਹ ਸ਼ਹਿਰ ਦੇ ਰਾਜਿਆਂ ਦਾ ਜਿਹੜਾ ਸਰਨਾਮਾ ਬਦਲ ਜਾਂਦਾ ਸੀਗਾ। ਤਾਂ ਇਹ ਪੱਟੀ ਰਾਜਪੂਤ ਸੀ। 12ਵੀਂ ਸਦੀ ਦੇ ਵਿੱਚ ਜਦੋਂ ਫਰੀਦਕੋਟ ਬਾਬਾ ਫਰੀਦ ਜੀ ਆਏ, ਦਿੱਲੀ ਤੋਂ ਪਾਕਪਟਨ ਜਾ ਰਹੇ ਸਨ, ਤਾਂ ਰਾਹ ਦੇ ਵਿੱਚ ਉਹ ਰਾਜੇ ਦੇ ਸਿਪਾਹੀਆਂ ਨੇ ਕਿਲੇ ਦੀ ਉਸਾਰੀ ਦੇ ਵਿੱਚ, ਜੋ 12ਵੀਂ ਸਦੀ ਦੇ ਵਿੱਚ ਸਥਾਨ ਇਹੀ ਸੀ, ਲੇਕਿਨ ਕਿਲਾ ਵੱਖਰਾ ਸੀ, ਕਿਉਂਕਿ ਹਰੇਕ ਰਾਜੇ ਨੇ ਆਪਦੇ ਹਿਸਾਬ ਨਾਲ ਇਸ ਕਿਲੇ ਦੀ ਜਿਹੜੀ ਉਸਾਰੀ ਕਰਾਈ। ਤੇ ਬਾਬਾ ਫਰੀਦ ਜੀ ਨੂੰ ਬਗਾਰ ਦੇ ਵਿੱਚ ਰਾਜੇ ਦੇ ਸਿਪਾਹੀਆਂ ਨੇ ਮੁਫਤ ਲੇਬਰ ਦੇ ਵਿੱਚ ਜਿਵੇਂ ਮੁਫਤ ਕੰਮ ਕਰਨ ਲਾ ਦਿੱਤਾ, ਤਾਂ ਉਹਨਾਂ ਦੇ ਸਿਰ ਤੇ ਸਵਾ ਹੱਥ ਟੋਕਰੀ ਉੱਚੀ ਚਲੀ ਗਈ ਗਾਰੇ ਵਾਲੀ। ਤਾਂ ਜਦੋਂ ਰਾਜੇ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਬਾਬਾ ਫਰੀਦ ਜੀ ਤੋਂ ਮਾਫੀ ਮੰਗੀ। ਤਾਂ ਇਹ ਉਹ ਕਿਲਾ ਜਿੱਥੇ ਬਾਬਾ ਫਰੀਦ ਜੀ ਦੇ ਸਿਰ ਤੇ ਗਾਰੇ ਵਾਲੀ ਟੋਕਰੀ ਚਕਵਾਈ ਸੀ, ਰਾਜਿਆਂ ਤੋਂ ਗਲਤੀ ਹੋਈ ਸੀ। ਅਸੀਂ ਆਪਾਂ ਚੱਲਦੇ ਹਾਂ ਹੁਣ ਬਾਬਾ ਸ਼ੇਖ ਫਰੀਦ ਜੀ ਦੇ ਪਵਿੱਤਰ ਸਥਾਨ ਤੇ, ਜਿੱਥੇ ਬਾਬਾ ਫਰੀਦ ਜੀ ਨੇ 40 ਦਿਨ ਬੈਠ ਕੇ ਤਪੱਸਿਆ ਕੀਤੀ ਸੀ। ਉਸ ਤੋਂ ਪਹਿਲਾਂ ਪ੍ਰਾਚੀਨ ਮੰਦਿਰ ਤੇ ਜੋ ਫਰੀਦਕੋਟੀਆਂ ਦੀ ਇੱਕ ਸਾਂਝ ਹੈ, ਪ੍ਰਾਚੀਨ ਮੰਦਿਰ ਹੈ, ਈਦਗਾਹ, ਤੇ ਉਸ ਦੇ ਕੋਲ ਹੀ ਇੱਕ ਮੁਸਲਮਾਨਾਂ ਦੀ ਪਵਿੱਤਰ ਦਰਗਾਹ ਵੀ ਹੈ। ਉਸ ਸੰਬੰਧੀ ਵੀ ਆਪਾਂ ਮਹੀਪ ਜੀ ਨਾਲ ਗੱਲਬਾਤ ਕਰਦੇ ਹਾਂ। ਚੱਲਦੇ ਹਾਂ ਮਹੀਪ ਜੀ ਨਾਲ ਪਵਿੱਤਰ ਸਥਾਨ ਤੇ।
ਗੱਲ ਕਰਦੇ ਹਾਂ ਬਾਬਾ ਫਰੀਦ ਵਿਦਿਅਕ ਅਤੇ ਧਾਰਮਿਕ ਸੰਸਥਾਵਾਂ ਦੇ ਸੇਵਾਦਾਰ ਮੀਪੇ ਸਿੰਘ ਜੀ। ਮੀਪੇ ਜੀ 1947 ਦੌਰਾਨ ਦੇਸ਼ ਦੀ ਵੰਡ ਹੋਈ, 84 ਦੇ ਵਿੱਚ ਬਲੂ ਸਟਾਰ ਹੋ ਗਿਆ ਹੈ ਨਾ, ਤੇ 90 ਦਹਾਕੇ ਦੇ ਵਿੱਚ ਖਾੜਕੂਵਾਦ ਬਹੁਤ ਉੱਭਰ ਕੇ ਆ ਗਿਆ। ਉਸ ਤੋਂ ਬਾਅਦ 2015 ਦੀ ਗੱਲ ਕਰ ਲਈਏ, 2015 ਦੇ ਵਿੱਚ ਡੇਰਾ ਸਿਰਸਾ ਦਾ ਵਿਵਾਦ ਸ਼ੁਰੂ ਹੋ ਗਿਆ। ਉਸ ਤੋਂ ਬਾਅਦ 2015 ਦੇ ਵਿੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਗਈ। ਪਰ ਫਰੀਦਕੋਟ ਸ਼ਹਿਰ ਦੇ ਅੰਦਰ ਇੱਕ ਭਾਈਚਾਰਕ ਸਾਂਝ ਉਵੇਂ ਦੀ ਉਵੇਂ ਬਰਕਰਾਰ, ਇੱਥੇ ਕਦੇ ਦੰਗੇ ਨਹੀਂ ਹੋਏ, ਕਦੇ ਕੁਛ ਹੋ ਜਿਹਾ ਨਹੀਂ ਹੋਇਆ। ਕਿਵੇਂ ਮੰਨਦੇ ਹੋ ਵੀ ਭਾਈਚਾਰਕ ਸਾਂਝ ਦਾ ਕਿਵੇਂ ਬਰਕਰਾਰ ਹੈ? ਸਤੀਸ਼ ਜੀ, ਸੱਚ ਜਾਣਿਓ, ਇੱਕ ਗਲੀ ਦੇ ਵਿੱਚ ਪੰਜਾਬ ਦੇ ਮੋਢੀ 3 ਧਰਮਾਂ ਦਾ ਸੁਮੇਲ ਹੈ। ਇਹ ਉਹ ਸਥਾਨ ਨੇ ਜਿਹੜੇ ਰਜਵਾੜਾ ਸ਼ਾਹੀ ਪੁਰਾਣੇ ਨੇ। ਸਾਡੇ ਪੰਡਤ ਪੂਰਨ ਚੰਦ ਜੀ ਹੁੰਦੇ ਸੀ। ਤਕਰੀਬਨ ਜਿੱਥੇ ਤੁਸੀਂ ਖੜੇ ਹੋ ਇਹ ਪ੍ਰਾਚੀਨ ਮੰਦਿਰ ਹੈ ਤੇ ਇਹ ਉਸੇ ਗਲੀ ਦੇ ਵਿੱਚ ਹੈ ਜਿੱਥੇ ਟਿੱਲਾ ਬਾਬਾ ਸ਼ੇਖ ਫਰੀਦ ਜੀ ਦਾ ਸਥਾਨ ਹੈ ਤੇ ਲਗਭਗ 200 ਸਾਲ ਪੁਰਾਣਾ ਇਹ ਮੰਦਿਰ ਹੈ ਸਾਡੇ ਫਰੀਦਕੋਟ ਦਾ। ਤੇ ਸਾਡੇ ਬਜ਼ੁਰਗ ਹੁੰਦੇ ਸੀ ਪੰਡਤ ਪੂਰਨ ਚੰਦ ਜੀ ਜੋ ਪੁਰੋਹਿਤ ਸਨ ਰਾਜਾ ਫਰੀਦਕੋਟ ਦੇ, ਤੇ ਉਹਨਾਂ ਦੀ ਪਰਿਵਾਰ ਦੀ ਤੀਜੀ ਪੀੜ੍ਹੀ ਹੈ ਜੋ ਹੁਣ ਸੇਵਾ ਕਰ ਰਹੀ ਹੈ, ਸਾਡੇ ਨਾਲ ਖੜੇ ਨੇ। ਤੇ ਮੈਂ ਤੁਸੀਂ ਆ ਨਿਗਾਹ ਮਾਰਿਓ ਕਿ ਉਵੇਂ ਹੀ ਸੇਵਾ ਪਿਛਲੇ ਸਾਲਾਂ ਤੋਂ ਚੱਲ ਰਹੀ ਹੈ। ਤੇ ਜਿਹੜਾ ਸਵਾਲ ਤੁਸੀਂ ਪੁੱਛਿਆ ਕਿ ਇਹ ਇਤਿਹਾਸਿਕ ਗੱਲ ਹੈ ਕਿ ਕੱਲਾ ਫਰੀਦਕੋਟ ਜ਼ਿਲ੍ਹਾ ਇੱਕ ਐਸਾ ਜ਼ਿਲ੍ਹਾ ਹੈ ਜੋ ਨਾ ਤਾਂ 47 ਦੀ ਵੰਡ ਵੇਲੇ ਇੱਥੇ ਕਤਲੋਗਾਰਤ ਹੋਈ, ਨਾ 1984 ਦੇ ਵਿੱਚ ਜਦੋਂ ਪੰਜਾਬ 'ਚ ਸੰਤਾਪ ਭੋਗਿਆ ਪੰਜਾਬ ਨੇ, ਨਾ ਉਦੋਂ ਧਰਮ ਦੇ ਨਾਮ ਤੇ ਇੱਥੇ ਕਤਲੋਗਾਰਤ ਹੋਈ, ਤੇ ਨਾ ਹੀ 2015 ਵਿੱਚ ਡੇਰਾ ਸਿਰਸਾ ਵੇਲੇ ਇੱਥੇ ਕਿਸੇ ਕਿਸਮ ਦੀ ਹਿਲਜੁਲ ਹੋਈ। ਸਾਰੇ ਧਰਮ ਫਰੀਦਕੋਟ ਦੇ ਵਿੱਚ ਇਤਿਹਾਸਿਕ ਗੱਲ ਹੈ ਕਿ ਪਿਆਰ ਨਾਲ ਰਹਿੰਦੇ ਆ ਤੇ ਸਾਰੇ ਇੱਕ ਦੂਜੇ ਦੇ ਜਾਣਦੇ ਨੇ। ਇੱਕ ਪਿੰਡ ਹੈ ਇਹ, ਇਸ ਪਿੰਡ ਵਾਂਗ ਰਹਿੰਦੇ ਨੇ ਸਾਰੇ। ਮੈਂ ਪੰਡਿਤ ਜੀ ਨੂੰ ਵੀ ਕਹੂੰਗਾ ਕਿ ਇੱਕ ਸ਼ਬਦ ਬੋਲਣ। ਕੀ ਕਹਿਣਾ ਚਾਹੋਗੇ ਪੰਡਿਤ ਜੀ ਭਾਈਚਾਰਕ ਸਾਂਝ ਨੂੰ ਲੈ ਕੇ? ਅਸੀਂ ਸਾਰੇ ਇੱਕ ਪਰਿਵਾਰ ਵਾਂਗੂ ਰਹਿੰਦੇ ਆ। ਪਰਿਵਾਰ ਦਾ ਮੁਖੀ ਜੋ ਆਰਡਰ ਕਰਦਾ ਹੈ ਉਵੇਂ ਹੀ ਸਾਰਾ ਸ਼ਹਿਰ, ਸਾਰਾ ਪ੍ਰਦੇਸ਼ ਇਹ ਉਵੇਂ ਹੀ ਚੱਲਦਾ ਹੈ। ਸਾਡੇ 'ਚ ਕੋਈ ਫਰਕ ਨਹੀਂ, ਕੋਈ ਹਿੰਦੂ ਨਹੀਂ, ਕੋਈ ਸਿੱਖ ਨਹੀਂ, ਕੋਈ ਮੁਸਲਮਾਨ ਨਹੀਂ, ਅਸੀਂ ਇੱਕ ਪਰਿਵਾਰ ਆ। ਬਹੁਤ ਵੱਡੀ ਗੱਲ ਹੈ। ਤੁਹਾਨੂੰ ਦਿਖਾ ਦਿੰਦੇ ਆ ਇਸ ਤੋਂ ਥੋੜਾ ਬਾਹਰ ਜਾ ਕੇ। ਈਦ ਮੁਸਲਮਾਨਾਂ ਦੀ ਦਰਗਾਹ ਮੰਨੀ ਜਾਂਦੀ ਆ, ਉਹ ਵੀ ਇਸ ਰੋਡ ਦੇ ਉੱਪਰ ਹੀ ਹੈ। ਉਸ ਤੋਂ ਬਾਅਦ ਬਾਬਾ ਸ਼ੇਖ ਫਰੀਦ ਜੀ ਦਾ ਪਵਿੱਤਰ ਸਥਾਨ ਵੀ ਹੈ। ਇਹ ਮੰਦਿਰ, ਪ੍ਰਾਚੀਨ ਮੰਦਿਰ ਵੀ ਇੱਥੇ ਮੌਜੂਦ ਹੈ। ਸਾਰੇ ਧਰਮਾਂ ਦਾ ਇੱਕੋ ਸੁਮੇਲ, ਇੱਕੋ ਗਲੀ। ਸਾਰੀ ਦੁਨੀਆ ਤੋਂ ਸੋਹਣਾ, ਸਾਰੀ ਦੁਨੀਆ ਤੋਂ ਸੋਹਣਾ ਮੇਰਾ ਬਾਬਾ ਫਰੀਦ, ਸਾਰੀ ਦੁਨੀਆ ਤੋਂ ਸੋਹਣਾ ਮੇਰਾ ਬਾਬਾ ਫਰੀਦ। ਹੁਣ ਆਪਾਂ ਉਸੇ ਰੋਡ ਦੇ ਉੱਪਰ ਮਸਜਿਦ ਦੇ ਅੱਗੇ ਖੜੇ ਹੋਏ ਆ ਜਿੱਥੇ ਮੁਸਲਮਾਨ ਹਰ ਸਵੇਰ ਸ਼ਾਮ ਨਮਾਜ਼ ਅਦਾ ਕਰਦੇ ਆ, ਤੇ ਉਹਨਾਂ ਨਾਲ ਹੀ ਗੱਲਬਾਤ ਕਰਦੇ ਆ। ਆਪਾਂ ਉਹਨਾਂ ਨੂੰ ਹੀ ਪੁੱਛਦੇ ਆ ਭਾਈਚਾਰਕ ਸਾਂਝ ਨੂੰ ਲੈ ਕੇ ਉਹ ਕੀ ਕਹਿਣਾ ਚਾਹੁੰਦੇ ਆ। ਮੀਪ ਜੀ, ਕੀ ਕਹਿਣਾ ਚਾਹੋਗੇ ਭਾਈਚਾਰਕ ਸਾਂਝ ਨੂੰ ਲੈ ਕੇ? ਤੁਸੀਂ ਵੇਖੋ, ਪ੍ਰਾਚੀਨ ਮੰਦਿਰ, ਬਾਬਾ ਫਰੀਦ ਜੀ ਦੀ ਦਰਗਾਹ, ਬਾਬਾ ਫਰੀਦ ਜੀ ਦਾ ਗੁਰਦੁਆਰਾ ਸਾਹਿਬ, ਇੱਕੋ ਗਲੀ ਦੇ ਵਿੱਚ ਪਿਛਲੇ ਕਈ ਸੌ ਸਾਲਾਂ ਤੋਂ ਆਪਸੀ ਭਾਈਚਾਰਕ ਸਾਂਝ ਦਾ ਨਤੀਜਾ। ਕਦੇ 1947 ਦੀ ਵੰਡ ਵੇਲੇ ਦੰਗੇ ਨਹੀਂ ਹੋਏ, 1984 ਦੇ ਸੰਤਾਪ ਦੇ ਵਿੱਚ ਕੋਈ ਕਤਲੋਗਾਰਤ ਨਹੀਂ ਹੋਈ। ਤੇ ਇਹ ਜੋ ਮਸਜਿਦ, ਜਿੱਥੇ ਮਸਜਿਦ ਦੇ ਵਿੱਚ ਅੱਜ ਆਪਾਂ ਖੜੇ ਆ, ਇਹ ਪੁਰਾਣੇ ਰਾਜਿਆਂ ਨੇ ਆਪਦੇ ਹੱਥੀਂ ਇੱਥੇ ਸੇਵਾ ਕਰਵਾਈ। ਤੇ ਨਾਲ ਹੀ ਇੱਥੋਂ 1 ਕਿਲੋਮੀਟਰ ਦੂਰ ਈਦਗਾਹ ਵੀ ਬਣੀ ਹੋਈ ਹੈ ਜਿੱਥੇ ਮੁਸਲਮਾਨ ਭਾਈਚਾਰਾ ਆਪਦੀ ਈਦ ਅਦਾ ਕਰਦਾ, ਨਮਾਜ਼ ਅਦਾ ਕਰਦਾ। ਸੋ ਆ ਹੈਗੇ ਨੇ ਮੇਰੇ ਨਾਲ, ਇਹ ਫਰੀਦਕੋਟੀਏ ਹੀ ਨੇ। ਇਹਨਾਂ ਦਾ ਸਿਰਫ ਚਿਹਰੇ ਦਾ ਫਰਕ ਹੈ, ਦਿਲ ਇਹਨਾਂ ਦਾ ਵੀ ਫਰੀਦਕੋਟੀ ਹੈ, ਕੋਈ ਫਰਕ ਨਹੀਂ। ਇਹ ਚਿਹਰਿਆਂ ਦਾ ਫਰਕ ਹੈ, ਦਿਲ ਸਾਰਿਆਂ ਦੇ ਫਰੀਦਕੋਟੀਏ ਹੈ। ਸੋ ਹਾਂ, ਬਹੁਤ ਬਹੁਤ ਧੰਨਵਾਦ ਮੀਪ ਜੀ। ਕੀ ਕਹਿਣਾ ਚਾਹੋਗੇ ਸਰ? ਜੀ ਬਹੁਤ ਵਧੀਆ। ਇੱਥੇ ਇੱਕ ਮੈਸੇਜ ਜਾ ਰਿਹਾ ਹੈ ਲੋਕਾਂ ਨੂੰ ਕਿ ਫਰੀਦਕੋਟ ਜ਼ਿਲ੍ਹੇ ਦੇ ਅੰਦਰ ਮਸਜਿਦ, ਗੁਰਦੁਆਰਾ, ਮੰਦਿਰ ਇਕੱਠੇ ਹੈ। ਇਹਦੀ ਮਿਸਾਲ ਦੂਰ ਦੂਰ ਤੱਕ ਵੀ ਕਿਤੇ ਨਹੀਂ ਮਿਲਦੀ, ਔਰ ਬਹੁਤ ਹੀ ਵਧੀਆ ਅਸੀਂ ਇੱਥੇ ਇੱਕ ਭਾਈਚਾਰਾ ਬਣਾਇਆ ਹੋਇਆ ਹੈ। ਹਾਂਜੀ, ਲੋਕਾਂ ਨਾਲ ਭਾਈਚਾਰਾ ਰੱਖਿਆ ਹੋਇਆ, ਬਹੁਤ ਵਧੀਆ ਮੈਸੇਜ ਹੈ। ਔਰ ਜੋ ਵੀ ਸਾਡੇ ਪ੍ਰੋਗਰਾਮ ਹੁੰਦੇ ਆ, ਅਸੀਂ ਦੂਜੇ ਧਰਮ ਦੇ ਲੋਕਾਂ ਨੂੰ ਵੀ ਬੁਲਾਉਂਦੇ ਆ, ਉਹਦਾ ਭਾਈਚਾਰਾ ਇੱਕ ਮਿਸਾਲ ਪੇਸ਼ ਕਰਦੇ ਆ। ਬਹੁਤ ਵਧੀਆ ਇੱਥੇ ਅਸੀਂ ਜ਼ਿੰਦਗੀ ਗੁਜ਼ਾਰ ਰਹੇ ਹਾਂ, ਔਰ ਵਧੀਆ, ਬਹੁਤ ਵਧੀਆ ਮਾਹੌਲ ਇੱਥੇ ਬਣਿਆ ਹੋਇਆ। ਕਾਲੇ ਮੈਡੇ ਕੱਪੜੇ ਤੇ ਕਾਲਾ ਮੈਡਾ ਵੇਸ, ਗੁਨਾਹੀ ਭਰਿਆ ਮੈਂ ਫਿਰਾਂ ਤੇ ਲੋਕ ਕਹਿਣ ਦਰਵੇਸ਼। ਅੱਜ ਅਸੀਂ ਉਸ ਦਰਵੇਸ਼ ਬਾਬਾ ਸ਼ੇਖ ਫਰੀਦ ਜੀ ਦੇ ਪਵਿੱਤਰ ਸਥਾਨ ਦੇ ਉੱਪਰ
ਨਤਮਸਤਕ ਹੋਣ ਲਈ ਤੇ ਫਰੀਦਕੋਟੀਆਂ ਸਮੇਤ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ ਪਹੁੰਚੇ ਹੋਏ ਆ। ਚੱਲਦੇ ਆ ਬਾਬਾ ਫਰੀਦ ਜੀ ਦੇ ਅੰਦਰ ਤੇ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਆ। ਸਾਰੀ ਦੁਨੀਆ ਤੋਂ ਸੋਹਣਾ ਮੇਰਾ ਬਾਬਾ ਫਰੀਦ, 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 ਸਾਰੀ ਬਾਬਾ ਫਰੀਦ ਪ੍ਰਬੰਧਕ ਕਮੇਟੀ ਦੇ ਪਿਛਲੇ 8 ਸਾਲ ਤੋਂ ਸੇਵਾ ਨਿਭਾ ਰਹੇ ਮਹੀਪਿੰਦਰ ਸਿੰਘ, ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਮਹੀਪਿੰਦਰ ਜੀ, ਸਭ ਤੋਂ ਪਹਿਲਾਂ ਤਾਂ ਬਾਬਾ ਫਰੀਦ ਜੀ ਦੇ ਇਤਿਹਾਸ ਬਾਰੇ ਦਰਸ਼ਕਾਂ ਨਾਲ ਤੇ ਸੰਗਤਾਂ ਨਾਲ ਸਾਂਝ ਪਾਓ। ਜਿਸ ਸਥਾਨ ਤੇ ਤੁਸੀਂ ਖੜੇ ਹੋ ਇਹ ਹੈ ਜੀ ਟਿੱਲਾ ਬਾਬਾ ਸ਼ੇਖ ਫਰੀਦ। ਬਾਬਾ ਫਰੀਦ ਜੀ ਦਾ ਚਰਨ ਛੋਹ ਸਥਾਨ, ਜਿੱਥੇ 40 ਦਿਨ ਬਾਬਾ ਫਰੀਦ ਜੀ ਨੇ ਤਪੱਸਿਆ ਕੀਤੀ, 12ਵੀਂ ਸਦੀ ਦੇ ਵਿੱਚ ਜਪ ਤਪ ਕੀਤਾ। ਇਹ ਸਾਰੀ ਉਸਾਰੀ ਨਵੀਂ ਹੈ, ਲੇਕਿਨ ਮੇਰੇ ਪਿੱਛੇ ਜਿਹੜਾ ਗੁੰਬਦਨੁਮਾ ਕਮਰਾ ਤੇ ਨਾਲ ਇਹ ਵਣ ਦੇ 2 ਦਰਖਤ ਇਹ ਇਤਿਹਾਸਕ ਨੇ। ਜੋ ਵਣ ਦੇ ਦਰਖਤ ਨੇ ਇਹ ਸੰਬੰਧਿਤ ਨੇ ਬਾਬਾ ਫਰੀਦ ਜੀ ਨਾਲ, ਕਿਉਂਕਿ ਇਹਨਾਂ ਦਰਖਤਾਂ ਦੇ ਥੱਲੇ ਬਾਬਾ ਫਰੀਦ ਜੀ ਨੇ 40 ਦਿਨ ਤਪੱਸਿਆ ਕੀਤੀ ਸੀ। ਤੇ ਜਿਹੜਾ ਗੁੰਬਦਨੁਮਾ ਕਮਰਾ ਹੈ ਉਹ ਬਾਬਾ ਫਰੀਦ ਜੀ ਦੀ ਯਾਦ ਦੇ ਵਿੱਚ ਰਾਜੇ ਮੋਕਲ ਸੀ ਨੇ 12ਵੀਂ ਸਦੀ ਦੇ ਵਿੱਚ ਇਹ ਗੁੰਬਦਨੁਮਾ ਕਮਰਾ ਤਿਆਰ ਕਰਵਾਇਆ ਸੀ। ਆਪਾਂ ਚੱਲਦੇ ਹਾਂ ਅੱਗੇ ਮੀਪ ਜੀ। ਮੀਪ ਜੀ, ਬਾਬਾ ਫਰੀਦ ਜੀ ਦੇ ਇਤਿਹਾਸ ਬਾਰੇ ਤਾਂ ਤੁਸੀਂ ਦੱਸਤਾ ਹੈ ਨਾ, ਵਣ ਦੇ ਦਰਖਤ ਬਾਰੇ ਵੀ ਅਸੀਂ ਚਾਹਾਂਗੇ ਵੀ ਸੰਗਤਾਂ ਨੂੰ ਇੱਕ ਵਾਰੀ ਫੇਰ ਦੱਸਿਆ ਜਾਵੇ। ਕਦੋਂ ਵਣ ਦਾ ਦਰਖਤ ਬਾਬਾ ਫਰੀਦ ਜੀ ਕਦੋਂ ਆਏ ਤੇ ਕਦੋਂ ਵਣ ਦਾ ਦਰਖਤ ਬਾਰੇ ਕੁਝ ਦੱਸੋ ਇਤਿਹਾਸ। ਪਹਿਲਾਂ ਮੈਂ ਕੈਮਰਾਮੈਨ ਨੂੰ ਬੇਨਤੀ ਕਰੂੰਗਾ ਕਿ ਇੱਕ ਸ਼ਾਟ ਬੜੀ ਬਰੀਕੀ ਦਾ ਇਸ ਵਣ ਦੇ ਦਰਖਤ ਦਾ ਮੈਂ ਨਾਲ ਇਤਿਹਾਸ ਦੱਸਦਾ ਹਾਂ। ਇਹ ਮਾਰੂਥਲ ਦਾ ਦਰਖਤ ਹੈ। ਵਣ ਦਾ ਦਰਖਤ ਤੁਹਾਨੂੰ ਉੱਥੇ ਮਿਲੂਗਾ ਜਿੱਥੇ ਪਾਣੀ ਪ੍ਰਾਪਤ ਨਹੀਂ, ਰੇਗਿਸਤਾਨ ਵਰਗੀ ਧਰਤੀ ਹੈ ਤੇ ਇਹ ਕੁਦਰਤੀ ਦਰਖਤ ਹੈ, ਇਹਨੂੰ ਕੋਈ ਲਾਉਂਦਾ ਨਹੀਂ। ਇਹ ਆਪਣੇ ਆਪ ਕੁਦਰਤ ਜਿਵੇਂ ਕਿੱਕਰ ਪੈਦਾ ਹੁੰਦੀ ਹੈ ਇਸ ਤਰ੍ਹਾਂ ਇਹ ਕੁਦਰਤੀ ਪੈਦਾ ਹੁੰਦਾ। ਸੋ ਇਹ ਸਥਾਨ ਜਿੱਥੇ ਆਪਾਂ ਖੜੇ ਆ ਇਹ ਬੁਨਿਆਦੀ ਤੌਰ ਤੇ ਰੇਗਿਸਤਾਨ ਸੀ 12ਵੀਂ ਸਦੀ ਦੇ ਵਿੱਚ, ਤੇ ਨੇੜੇ ਜਿੱਥੋਂ ਤੁਸੀਂ ਵੇਖ ਕੇ ਆਏ ਹੋ ਉਹ ਕਿਲਾ ਸੀ, ਤੇ ਉਹ ਕਿਲਾ ਪੁਰਾਣਾ ਸੀ, ਉਹ ਕਿਲਾ ਨਹੀਂ ਸੀ ਕਿਉਂਕਿ ਉਦੋਂ 12ਵੀਂ ਸਦੀ 'ਚ ਰਾਜੇ ਹੋਰ ਸਨ। ਸਮੇਂ ਸਿਰ ਕਿਲਾ ਢਹਿੰਦਾ ਗਿਆ, ਨਵੀਂ ਬਣਤਰ ਉਹਨੂੰ ਮਿਲਦੀ ਲਈ, ਲੇਕਿਨ ਜਗ੍ਹਾ ਉਹੀ ਹੈ। ਸੋ ਕਿਉਂਕਿ ਇਹ ਰੇਗਿਸਤਾਨ ਸੀ, ਕੋਈ ਬਿਲਡਿੰਗ ਨਹੀਂ ਸੀ, ਤਾਂ ਬਾਬਾ ਫਰੀਦ ਜੀ ਸਨ ਪੀਰ ਫਕੀਰ, ਤੇ ਫਕੀਰਾਂ ਨੂੰ ਕੋਈ ਛੱਤ ਨਹੀਂ ਚਾਹੀਦੀ ਰੱਬ ਦੀ ਇਬਾਦਤ ਕਰਨ ਲਈ। ਇਸ ਲਈ ਉਹਨਾਂ ਨੇ ਇਸ ਵਣ ਦੀ ਦਰਖਤ ਦੀ ਛਾਂ ਮਾਣਦੇ ਹੋਏ 40 ਦਿਨ ਇੱਥੇ ਤਪੱਸਿਆ ਕੀਤੀ, ਤੇ ਉਹਨਾਂ ਦੇ ਜਾਣ ਤੋਂ ਬਾਅਦ ਇਹ ਸਥਾਨ ਸੰਗਤਾਂ ਨੇ ਜਿਵੇਂ ਜਿਵੇਂ ਪ੍ਰਚਲਿਤ ਹੁੰਦਾ ਗਿਆ, ਲੋਕਾਂ 'ਚ ਇਸ ਦੀ ਪ੍ਰਸਿੱਧੀ ਹੁੰਦੀ ਗਈ, ਇਸ ਸਥਾਨ ਦੇ ਉੱਤੇ ਆ ਕੇ ਨਤਮਸਤਕ ਹੁੰਦੇ ਨੇ। ਇਸ ਵਣ ਦੀ ਦਰਖਤ ਨੂੰ ਬਾਬਾ ਫਰੀਦ ਜੀ ਨਾਲ ਸੰਬੰਧਿਤ ਮੰਨ ਕੇ ਇਹਦਾ ਜਿਹੜਾ ਹੈਗਾ ਇਹਨੂੰ ਸਤਿਕਾਰ ਦਿੰਦੇ ਨੇ, ਸਿਰ ਨਵਾਉਂਦੇ ਨੇ। ਤੇ ਜਿਹੜੀ ਤੁਸੀਂ ਆ ਦੇਖ ਰਹੇ ਹੋ 5 ਚੱਲ ਰਹੇ ਨੇ ਦੀਵੇ, ਜਿਨ੍ਹਾਂ ਨੂੰ 5 ਚਿਰਾਗ ਕਹਿ ਦਿੰਦੇ ਆ। ਇਹ 5 ਚਿਰਾਗ ਪੀਰਾਂ ਫਕੀਰਾਂ ਦੇ ਨੇ, ਤੁਸੀਂ ਕਵਾਲੀਆਂ 'ਚ ਵੀ ਸੁਣਿਆ ਹੋਣਾ 5 ਚਿਰਾਗ ਤੇਰੇ ਬਲ ਹਮੇਸ਼ਾ। ਸੋ ਇਹ 5 ਚਿਰਾਗ ਪਤਾ ਨਹੀਂ ਕਿੰਨੇ 100 ਸਾਲ ਪਹਿਲਾਂ ਦੇ, ਸਾਡੇ ਤੋਂ ਵੀ ਪਹਿਲਾਂ, ਸਾਡੇ ਬਜ਼ੁਰਗਾਂ ਤੋਂ ਵੀ ਪਹਿਲਾਂ ਦੇ ਇੱਥੇ ਸੰਗਤਾਂ ਵੱਲੋਂ, ਸ਼ਹਿਰੀਆਂ ਵੱਲੋਂ, ਸਾਡੇ ਬਜ਼ੁਰਗਾਂ ਵੱਲੋਂ 5 ਚਿਰਾਗ ਇੱਥੇ ਚੱਲ ਰਹੇ ਨੇ। ਮੀਪ ਜੀ, ਅਸੀਂ ਚਾਹਾਂਗੇ ਤੁਸੀਂ ਅੱਗੋਂ ਗੁੰਬਦਨੁਮਾ ਕਮਰਾ ਵੀ ਹੈ ਇੱਕ ਉਸ ਸਮੇਂ ਦਾ, ਹੈ ਨਾ, ਬਾਬਾ ਫਰੀਦ ਜੀ ਦੇ ਉਸ ਸਮੇਂ ਦੇ ਇਸ ਗੁੰਬਦ ਨੂੰ ਤੁਸੀਂ ਦੇਖੋਗੇ ਕਿ ਕੈਮਰਾਮੈਨ ਨੂੰ ਮੈਂ ਬੇਨਤੀ ਕਰੂੰਗਾ, ਦੇਖੋ ਫਰੀਦਾਪੁਰੇ ਦਾ ਭਲਾ ਕਰ ਬਾਬਾ ਫਰੀਦ ਜੀ ਦੀ ਚਰਨ ਛੋਹ 23 ਸਤੰਬਰ 1215 ਈਸਵੀ, ਯਾਨੀ ਕਿ ਇਹ ਗੁੰਬਦਨੁਮਾ ਕਮਰਾ ਰਾਜੇ ਮੋਕਲ ਸੀ ਨੇ, ਭੱਟੀ ਰਾਜਪੂਤ ਨੇ ਬਾਬਾ ਫਰੀਦ ਜੀ ਦੀ ਯਾਦ ਦੇ ਵਿੱਚ ਤਿਆਰ ਕਰਵਾਇਆ ਸੀ। ਸਿਰਫ ਇੱਕ ਬਿਲਡਿੰਗ ਬਣਾਈ ਸੀ ਜਿਹਦੇ ਵਿੱਚ ਸਮੇਂ ਸਿਰ ਤਬਦੀਲੀਆਂ ਹੁੰਦੀਆਂ ਗਈਆਂ, ਤੇ ਇਹ ਬਿਲਡਿੰਗ ਅੱਜ ਵੀ ਗਾਰੇ ਦੀ, ਇੱਟਾਂ ਦੀ ਤੇ ਚੂਨੇ ਦੀ, ਤੇ ਤਕਰੀਬਨ 2 ਫੁੱਟ ਚੌੜੀਆਂ ਇਸ ਬਿਲਡਿੰਗ ਦੀਆਂ ਕੰਧਾਂ ਨੇ। ਇਹ ਇਤਿਹਾਸ ਹੈ ਇਹਦਾ। ਮੀਪ ਜੀ, ਵਣ ਦਾ ਦਰਖਤ ਵੀ ਹੈ ਸਾਹਮਣੇ, ਇਹ ਉਸ ਸਮੇਂ ਦਾ ਹੀ ਦਰਖਤ ਹੈ? ਬਿਲਕੁਲ ਜੀ, ਤੁਸੀਂ ਦੇਖੋਗੇ ਕਿ ਜੋ ਵਣ ਦਾ ਦਰਖਤ ਸੁੱਕ ਚੁੱਕਿਆ, ਸਾਨੂੰ ਇਸ ਗੱਲ ਦਾ ਸ਼ੰਕਾ ਸੀ ਕਿ ਕਿਤੇ ਹੌਲੀ ਹੌਲੀ ਭੁਰ ਨਾ ਜਾਵੇ, ਕਿਉਂਕਿ ਹਰ ਚੀਜ਼ ਦਾ ਇੱਕ ਜੀਵਨ ਹੁੰਦਾ ਹੈ।
ਉਮਰ ਹੁੰਦੀ ਹੈ, ਇਨਸਾਨ ਦੀ ਉਮਰ ਹੁੰਦੀ ਹੈ ਤੇ ਦਰਖਤਾਂ ਦੀ ਵੀ ਉਮਰ ਹੁੰਦੀ ਆ। ਸੋ ਅਸੀਂ ਉਹ ਟੁਕੜਾ ਜਿਹਨੂੰ ਕਿਹਾ ਜਾਂਦਾ ਸੀ ਪੁਰਾਣੇ ਇਤਿਹਾਸ ਦੇ ਮੁਤਾਬਕ ਕਿ ਉਹ ਵਣ ਦੀ ਲੱਕੜ ਦਾ ਉਹ ਹਿੱਸਾ ਉਸ ਦਰਖਤ ਦਾ ਜਿੱਥੇ ਬਾਬਾ ਫਰੀਦ ਜੀ ਨੇ ਗਾਰੇ ਵਾਲੇ ਹੱਥ ਪੂੰਝੇ ਸਨ, ਅਸੀਂ ਉਸ ਹਿੱਸੇ ਨੂੰ ਇੱਥੇ ਲਿਆ ਕੇ ਸੁਸ਼ੋਭਿਤ ਕਰਤਾ ਤਾਂ ਕਿ ਆਉਣ ਵਾਲੀਆਂ ਨਸਲਾਂ, ਆਉਣ ਵਾਲੇ ਫਰੀਦਕੋਟੀਏ, ਆਉਣ ਵਾਲੇ ਪੰਜਾਬੀ ਇਹਦੇ ਦਰਸ਼ਨ ਕਰ ਸਕਣ ਇਸ ਮੁਤਬਰਕ ਲੱਕੜ ਦੇ। ਤੇ ਨਾਲ ਹੀ ਤੁਸੀਂ ਇਹ ਤਸਵੀਰ ਨੂੰ ਬਰੀਕੀ ਨਾਲ ਦੇਖ ਸਕਦੇ ਹੋ ਕਿ ਫਰੀਦਕੋਟ ਦਾ ਇਤਿਹਾਸ 1976 ਦੇ ਵਿੱਚ ਇੱਕ ਮਹਿਲ ਸਿੰਘ ਨਾਮੀ ਜਿਹੜਾ ਪੇਂਟਰ ਹੈ, ਉਹਨਾਂ ਨੇ ਇੱਥੋਂ ਦੇ ਇਤਿਹਾਸ ਨੂੰ ਇਸ ਤਸਵੀਰ ਦੇ ਵਿੱਚ ਆਪਦੇ ਰੰਗਾਂ ਰਾਹੀਂ ਉਜਾਗਰ ਕੀਤਾ ਹੈ। ਬਾਬਾ ਫਰੀਦ ਜੀ ਦੇ ਸਿਰ ਤੇ ਗਾਰੇ ਵਾਲੀ ਟੋਕਰੀ ਹੈ, ਰਾਜਾ ਮਾਫੀ ਮੰਗ ਰਿਹਾ ਹੈ, ਰਾਜੇ ਦੇ ਅਹਿਲਕਾਰ ਪਿੱਛੇ ਖੜੇ ਨੇ ਤੇ ਇਹ ਵਣ ਦਾ ਦਰਖਤ ਜਿਹੜਾ ਬਾਬਾ ਫਰੀਦ ਜੀ ਦੇ ਹੱਥ ਨਾਲ ਲੱਗਿਆ ਹੋਇਆ ਹੈ, ਇਹ ਤੁਸੀਂ ਉਹੀ ਵਣ ਦਾ ਦਰਖਤ ਹੈ ਜੋ ਤੁਸੀਂ ਇਸ ਤਸਵੀਰ 'ਚ ਵੇਖ ਰਹੇ ਹੋ, ਜਿਹੜਾ ਹੁਣ ਤੁਸੀਂ ਵੇਖ ਕੇ ਆਏ। ਸਾਰੀ ਦੁਨੀਆ ਤੋਂ ਸੋਹਣਾ ਮੇਰਾ ਬਾਬਾ ਫਰੀਦ, 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 ਸਾਰੀ ਦੁਨੀਆ ਤੋਂ ਸੋਹਣਾ ਮੇਰਾ ਬਾਬਾ ਫਰੀਦ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਪ੍ਰਕਾਸ਼ ਕੀਤਾ ਗਿਆ ਤੇ ਉਸੇ ਸਮੇਂ ਸ਼੍ਰੀ ਗੁਰੂ ਗੁਰਦੁਆਰਾ ਸਾਹਿਬ ਸਥਾਪਿਤ ਕੀਤੇ ਗਏ ਆ, ਉਹਨਾਂ ਨੂੰ ਲੈ ਕੇ ਆਪਾਂ ਗੱਲ ਕਰਦੇ ਹਾਂ ਮੀਪ ਜੀ ਨਾਲ। ਮੀਪ ਜੀ, ਗੁਰਦੁਆਰਾ ਸਾਹਿਬ ਇੱਥੇ ਕਦੋਂ ਸਥਾਪਿਤ ਕੀਤੇ ਗਏ? ਇਹ ਨਾ ਜੀ 1969 ਦੇ ਵਿੱਚ ਇੱਕ ਘਟਨਾ ਵਾਪਰੀ ਜੋ ਬੜੀ ਮੰਦਭਾਗੀ ਸੀ। ਘਟਨਾ ਇਹ ਸੀ ਕਿ ਇਸ ਸਥਾਨ ਤੇ ਇੱਕ ਮਹੰਤ ਸੀ, ਜਿਵੇਂ ਨਰੈਣੂ ਮਹੰਤ ਕਹਿ ਦਿੰਦੇ ਆ ਨਾ, ਉਸ ਤਰ੍ਹਾਂ ਦਾ ਇੱਕ ਮਹੰਤ ਸੀ। ਇਸ ਸਥਾਨ ਤੇ ਨਾ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ, ਨਾ ਇਹ ਬਿਲਡਿੰਗਾਂ ਸਨ, ਸਿਰਫ ਇੱਕ ਗੁੰਬਦਨੁਮਾ ਕਮਰਾ ਤੇ ਇਹਦੇ ਪਿੱਛੇ 2 ਛਪਰੀਆਂ ਪਾਈਆਂ ਹੋਈਆਂ ਸਨ ਜਿਨ੍ਹਾਂ ਦੇ ਵਿੱਚ ਉਹ ਮਹੰਤ ਰਹਿੰਦਾ ਸੀ। ਉਹਨੇ ਕੀ ਕੀਤਾ ਕਿ ਇੱਕ ਨੌਜਵਾਨ ਬੱਚੀ ਨਾਲ ਉਹਨੇ ਬਦਫੈਲੀ ਕੀਤੀ, ਉਹਨੇ ਐਸੀ ਮਾੜੀ ਹਰਕਤ ਕੀਤੀ, ਉਸ ਦੀ ਗੱਲ ਉੱਤੇ, ਉਸ ਬੱਚੀ ਦੀ ਗੱਲ ਉੱਤੇ ਚੱਕ ਵੱਢ ਲਿਆ। ਸ਼ਹਿਰ ਦੇ ਵਿੱਚ ਹਾਹਾਕਾਰ ਮਚ ਗਈ। ਪਰਿਵਾਰ ਨੇ ਅਨੇਕਾਂ ਬੰਦਿਆਂ ਕੋਲੇ ਪਹੁੰਚ ਕੀਤੀ ਕਿ ਸਾਡੀ ਕੁੜੀ ਨਾਲ ਮਹੰਤ ਨੇ ਇਹੋ ਜਿਹੀ ਘਟਨਾ ਕੀਤੀ ਹੈ, ਸਾਨੂੰ ਇਨਸਾਫ ਦਿਵਾਇਆ ਜਾਵੇ। ਤਾਂ ਉਸ ਸਮੇਂ ਇੰਦਰਜੀਤ ਸਿੰਘ ਸੇਖੋਂ, ਜਿਨ੍ਹਾਂ ਨੂੰ ਬਾਅਦ ਚ ਕਹਿਣ ਲੱਗੇ ਇੰਦਰਜੀਤ ਸਿੰਘ ਖਾਲਸਾ, ਕਿਉਂਕਿ ਉਹ ਗੁਰਦੁਆਰੇ ਦੀ ਸੇਵਾ ਸਾਂਭ ਲਈ ਉਹਨਾਂ ਨੇ, ਉਹ ਉਸ ਪਰਿਵਾਰ ਨਾਲ, ਉਹਦੀ ਮਾਂ ਨਾਲ ਇਸ ਸਥਾਨ ਤੇ ਆਇਆ। ਉਸ ਮਹੰਤ ਨੂੰ ਉਹਦੀ ਕੀਤੀ ਹੋਈ ਗੁਨਾਹ ਦੀ ਸਜ਼ਾ ਦਿੱਤੀ। ਸਜ਼ਾ ਦੇਣ ਤੋਂ ਬਾਅਦ ਕਾਨੂੰਨਨ, ਕਿਉਂਕਿ ਉਹ ਵਕੀਲ ਸਨ ਇੰਦਰਜੀਤ ਸਿੰਘ ਖਾਲਸਾ, ਉਹਨਾਂ ਨੇ ਕਾਨੂੰਨਨ ਤੌਰ ਤੇ ਇੱਕ ਕਮੇਟੀ ਦਾ ਗਠਨ ਕੀਤਾ ਤੇ ਉਸ ਕਮੇਟੀ ਨੇ ਇਸ ਸਥਾਨ ਦੀ ਸੇਵਾ ਕੀਤੀ। ਸਾਡੇ ਇਲਾਕੇ ਦੇ ਵੱਖ-ਵੱਖ ਪਰਿਵਾਰਾਂ ਦੇ, ਵੱਖ-ਵੱਖ ਧਰਮਾਂ ਦੇ, ਹਿੰਦੂ, ਮੁਸਲਮਾਨ, ਸਿੱਖ, ਸਾਰਿਆਂ ਨੇ ਰਲ ਕੇ ਇਸ ਸਥਾਨ ਦੀ ਸੇਵਾ ਸ਼ੁਰੂ ਕਰਾਈ ਤੇ ਅੱਜ ਲਹਿਰਾਂ ਬਹਿਰਾਂ ਨੇ ਪਿਛਲੇ 1969 ਤੋਂ ਲੈ ਕੇ ਹੁਣ ਤਾਈਂ ਦੇਖ ਲਓ ਕਿੰਨੇ ਸਾਲ ਬਣ ਗਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਸੁਸ਼ੋਭਿਤ ਹੋ ਗਏ, ਸਥਾਨ ਵੀ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਫਰੀਦਕੋਟੀਏ ਬਾਗੋ ਬਾਗ। ਸਾਰੀ ਦੁਨੀਆ ਤੋਂ ਸੋਹਣਾ, ਸਾਰੀ ਦੁਨੀਆ ਤੋਂ ਸੋਹਣਾ ਮੇਰਾ ਬਾਬਾ ਫਰੀਦ, ਸਾਰੀ ਦੁਨੀਆ ਤੋਂ ਸੋਹਣਾ ਮੇਰਾ ਬਾਬਾ ਫਰੀਦ, ਸਾਰੀ ਦੁਨੀਆ ਤੋਂ ਸੋਹਣਾ ਮੇਰਾ ਬਾਬਾ ਫਰੀਦ, ਸਾਰੀ ਦੁਨੀਆ ਤੋਂ ਸੋਹਣਾ ਮੇਰਾ ਬਾਬਾ ਫਰੀਦ। ਸਥਾਨ ਤੇ ਮੌਜੂਦ ਹੈ, ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਤੇ ਬਾਬਾ ਫਰੀਦ ਜੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਆਪਸ ਵਿੱਚ ਤੇ ਕਦੋਂ ਹੋਈ, ਆਪਾਂ ਕਰਦੇ ਹਾਂ ਗੱਲਬਾਤ ਬਾਬਾ ਫਰੀਦ ਵਿਦਿਅਕ ਅਤੇ ਧਾਰਮਿਕ ਸੰਸਥਾਵਾਂ ਦੇ ਸੇਵਾਦਾਰ ਮੀਪਿੰਦਰ ਜੀ ਨਾਲ ਕਰਦੇ ਹਾਂ ਗੱਲਬਾਤ। ਮੀਪਿੰਦਰ ਜੀ, ਬਾਬਾ ਫਰੀਦ ਜੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਥੇ ਪ੍ਰਕਾਸ਼ ਕਦੋਂ ਹੋਇਆ? ਸਾਲ 1969 ਦੇ ਵਿੱਚ ਖਾਲਸਾ ਜੀ ਦੀ ਅਗਵਾਈ ਦੇ ਵਿੱਚ ਜੋ ਮੁੱਖ ਸੇਵਾਦਾਰ ਨੇ ਸਰਦਾਰ ਇੰਦਰਜੀਤ ਸਿੰਘ ਖਾਲਸਾ ਤੇ ਫਰੀਦਕੋਟੀਆਂ ਦੇ ਸਾਂਝੇ ਉਪਰਾਲੇ ਨਾਲ ਪਹਿਲੀ ਵਾਰ ਇਸ ਸਥਾਨ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਤੇ ਹਾਲ ਦਾ ਨਾਮ ਰੱਖਿਆ ਗਿਆ ਮਹਾਰਾਜਾ ਸ਼ੇਰੇ ਮਹਾਰਾਜਾ ਰਣਜੀਤ ਸਿੰਘ ਹਾਲ। ਤੇ ਇਸ ਹਾਲ ਤੋਂ ਪਹਿਲਾਂ ਇੱਕ ਹੋਰ ਹਾਲ ਸੀ। ਬਾਬਾ ਫਰੀਦ ਜੀ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਕੀ ਇਤਿਹਾਸ ਹੈ ਕਿ ਜਿੰਨੀ ਬਾਬਾ ਫਰੀਦ ਜੀ ਦੀ ਬਾਣੀ ਆ ਜਿਹੜੀ ਉਹਨਾਂ ਨੇ ਰਚੀ ਆ 12ਵੀਂ ਸਦੀ ਦੇ ਵਿੱਚ, ਉਸ ਨੂੰ ਸਿੱਖ ਗੁਰੂਆਂ ਨੇ ਜੋ 15ਵੀਂ ਸਦੀ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਹੋਏ ਸੀ ਤੇ ਹੋਰ ਸਿੱਖ ਗੁਰੂਆਂ ਨੇ ਉਦਮ ਕਰਦੇ ਹੋਏ ਬਾਬਾ ਫਰੀਦ ਜੀ ਦੀ ਬਾਣੀ ਜੋ ਇੱਕ ਮੁਸਲਮਾਨ ਫਕੀਰ ਸਨ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਕੀਤਾ
ਤਾਂ ਕਿ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰਬ ਧਰਮ ਸਾਰੇ ਧਰਮਾਂ ਦਾ ਸੁਮੇਲ ਬਣਾਇਆ ਜਾ ਸਕੇ। ਸੋ ਇਹ ਜ਼ਰੂਰੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਟਿੱਲਾ ਬਾਬਾ ਫਰੀਦ ਜੀ ਵਿਖੇ ਕਰਨਾ। ਤੁਹਾਨੂੰ ਬਾਬਾ ਫਰੀਦ ਜੀ ਦੇ ਨਾਲ ਸੰਬੰਧਿਤ, ਟਿੱਲਾ ਬਾਬਾ ਫਰੀਦ ਜੀ ਨਾਲ ਸੰਬੰਧਿਤ ਸਾਰੀ ਜਾਣਕਾਰੀ ਦਿੱਤੀ ਹੈ ਤੇ ਉਸ ਨੂੰ ਲੈ ਕੇ ਆਪਾਂ ਲਾਸਟ ਤੇ ਗੱਲਬਾਤ ਕਰਦੇ ਹਾਂ ਮਹੀਪਿੰਦਰ ਜੀ ਨਾਲ। ਮਹੀਪਿੰਦਰ ਜੀ, ਫਰੀਦਕੋਟੀਆਂ ਨੂੰ ਕੀ ਅਪੀਲ ਕਰਨਾ ਚਾਹੋਗੇ? ਫਰੀਦਕੋਟੀਆਂ ਨੂੰ ਸਭ ਤੋਂ ਪਹਿਲਾਂ ਤਾਂ ਮੇਰੀ ਇਹ ਅਪੀਲ ਹੈ ਜੀ ਕਿ ਕਰੋਨਾ ਮਹਾਮਾਰੀ ਚੱਲ ਰਹੀ ਹੈ, ਬਹੁਤ ਪਰਿਵਾਰਾਂ ਨੇ ਆਪਦੇ ਜੀ ਗਵਾਏ ਹੈ। ਸੋ ਕਿਸੇ ਦੀ ਦੁਖਦਾਈ ਘਟਨਾ ਤੋਂ ਸਿੱਖਿਆ ਲੈਣ ਦੀ ਲੋੜ ਹੈ ਤੇ ਬਚਣ ਦੀ ਲੋੜ ਹੈ। ਸ਼ਰਧਾ ਵੀ ਰੱਖੋ, ਨਤਮਸਤਕ ਵੀ ਹੋ, ਲੇਕਿਨ ਆਪਦੇ ਪਰਿਵਾਰਾਂ ਦਾ ਖਿਆਲ ਵੀ ਰੱਖੋ। ਸੈਨੀਟਾਈਜ਼ਰ ਵਰਤੋ, ਮਾਸਕ ਪਾਓ ਤੇ ਨਾਲ ਹੀ ਮੈਂ ਇਹ ਬੇਨਤੀ ਵੀ ਕਰਦਾ ਬਾਬਾ ਫਰੀਦ ਜੀ ਨੂੰ ਪਿਆਰ ਕਰਨ ਵਾਲੀ, ਸ਼ਰਧਾ ਰੱਖਣ ਵਾਲੀ ਸੰਗਤ ਲਈ ਕਿ ਐਫ ਨਿਊਜ਼ ਚੈਨਲ ਜੋ ਸਾਡੇ ਫਰੀਦਕੋਟ ਦਾ ਜਨਮ ਲਿਆ ਹੋਇਆ ਇੱਕ ਚੈਨਲ ਹੈ, ਇਹ ਦੋ ਭਰਾ ਬਾਂਬਾ ਭਰਾ ਜਿਨ੍ਹਾਂ ਨੇ ਇਹ ਸੋਚ ਰੱਖੀ ਤੇ ਉਦਮ ਕੀਤਾ ਇਸ ਚੈਨਲ ਨੂੰ ਚਲਾਉਣ ਦਾ ਕਿ ਫਰੀਦਕੋਟੀਆਂ ਦੀ ਆਵਾਜ਼ ਨੂੰ ਬੁਲੰਦ ਕੀਤਾ ਜਾ ਸਕੇ। ਤਾਂ ਅੱਜ ਬੇਨਤੀ ਕਰਦਾ ਬਾਬਾ ਫਰੀਦ ਜੀ ਦੇ ਇਸ ਘਰ ਤੋਂ ਕਿ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕੀਤਾ ਜਾਵੇ, ਇਹਨੂੰ ਲਾਈਕ ਕੀਤਾ ਜਾਵੇ ਤਾਂ ਕਿ ਇਹਨਾਂ ਭਰਾਵਾਂ ਨੂੰ ਉਤਸ਼ਾਹ ਮਿਲੇ ਤੇ ਇਹ ਇਸੇ ਤਰ੍ਹਾਂ ਬਾਬੇ ਫਰੀਦ ਦੇ ਘਰ ਦੀ ਤੇ ਬਾਬੇ ਫਰੀਦ ਦੀ ਸੇਵਾ ਕਰਦੇ ਰਹਿਣ। ਬਹੁਤ ਬਹੁਤ ਸ਼ੁਕਰੀਆ।